ਤੇ ਤਾਂ ਅਸੀਂ ਠੀਕ ਹੈ, ਨਹੀਂ ਭੁੱਲਾਂਗੇ। ਉੱਠਦੇ ਵੀ ਨਹੀਂ ਭੁੱਲਾਂਗੇ, ਬੈਠਦੇ ਵੀ ਨਹੀਂ ਭੁੱਲਾਂਗੇ। ਹੁਣ ਸੋਵਤ ਵਾਲੀ ਬਾਤ ਤਾਂ ਬਹੁਤ ਮੁਸ਼ਕਿਲ ਹੋ ਗਈ। ਅਸੀਂ ਸੌ ਜਾਣਾ, ਸਾਨੂੰ ਦੁਨੀਆ ਵੀ ਭੁੱਲ ਜਾਣੀ ਹੈ। ਸਾਨੂੰ ਤਾਂ ਪਤਾ ਹੀ ਨਹੀਂ ਬਈ ਕਿੱਥੇ ਪਏ ਆ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਅਛਤ ਰਾਜ ਬਿਚਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਰਾਜਾ ਰਾਜਗੱਦੀ ਤੇ ਬੈਠਾ ਹੈ, ਉਹਨੂੰ ਉਂਘ ਆ ਗਈ। ਸੁਪਨੇ 'ਚ ਕੀ ਦੇਖਦਾ ਵੀ ਦੁਸ਼ਮਣ ਨੇ ਚੜ੍ਹਾਈ ਕਰਕੇ ਰਾਜ ਖੋਲ੍ਹਿਆ ਅਤੇ ਬੇਇੱਜ਼ਤ ਕਰਕੇ ਉਸ ਨੂੰ ਕੱਢ ਦਿੱਤਾ ਰਾਜ ਦੇ ਵਿੱਚ। ਬੜਾ ਦੁੱਖ ਪਾਇਆ, ਬੜਾ ਦੁੱਖ ਪਾਇਆ। ਜਦੋਂ ਜਾਗ ਆਈ ਕੀ ਦੇਖਦਾ ਵੀ ਮੈਂ ਤਾਂ ਤਖਤ ਸਿੰਘਾਸਨ 'ਤੇ ਹੀ ਬੈਠਾ। ਹੁਣ ਸੁਪਨੇ ਦੇ ਵਿੱਚ ਬਿਲਕੁਲ ਭੁੱਲ ਜਾਂਦਾ, ਨਾ ਪਰਮੇਸ਼ਰ ਯਾਦ, ਨਾ ਕੁਝ ਹੋਰ ਯਾਦ। ਹੁਣ ਸੌਣ ਦੀ ਬਾਤ ਜਿਹੜੀ ਹੈ, ਇਹ ਅੱਗੇ ਤਾਂ ਅਸੀਂ ਕਹਿ ਦਾਂਗੇ ਬਈ ਮੇਰੇ ਪ੍ਰਾਣਾਂ ਦਾ ਤੂੰ ਉਧਾਰ ਹੈ, ਪਰ ਇਮਾਨਦਾਰੀ ਜੇ ਸਾਡੇ ਵਿੱਚ ਅਸੀਂ ਕਹਿ ਨਹੀਂ ਸਕਦੇ ਵੀ ਸੁੱਤੇ ਵੀ ਅਸੀਂ ਤੈਨੂੰ ਚਿਤਾਰਦੇ। ਇਸ ਗੱਲ ਦੀ ਸਾਨੂੰ ਖੋਜ ਕਰਨੀ ਪੈਣੀ ਹੈ। ਕਿਸੇ ਮਹਾਂਪੁਰਸ਼ ਤੋਂ ਜਾ ਕੇ ਪੁੱਛਣਾ ਪੈਣਾ ਵੀ ਕੋਈ ਅਵਸਥਾ ਐਸੀ ਵੀ ਹੈ ਬਈ ਸੁੱਤੇ ਪਏ ਵੀ ਸਾਨੂੰ ਨਾ ਪਰਮੇਸ਼ਰ ਭੁੱਲੇ। ਮਹਾਂਪੁਰਸ਼ ਕਹਿੰਦੇ ਹਾਂ ਐਸੀ ਅਵਸਥਾ ਹੈ। ਉਹਦੇ ਵਾਸਤੇ ਪੂਰੀ ਲਗਨ ਦੀ ਲੋੜ ਹੈ, ਸਾਧਨਾ ਦੀ ਲੋੜ ਹੈ, ਕਲੀਅਰ ਕਰਨ ਦੀ ਲੋੜ ਹੈ। ਹੋਰ ਸਾਰੇ ਆਸਰੇ ਛੱਡ ਕੇ, ਸਾਰੇ ਆਧਾਰ ਛੱਡ ਕੇ ਜਦੋਂ ਤੂੰ ਪਰਮੇਸ਼ਰ ਦੇ ਆਧਾਰ ਦੇ ਵਿੱਚ ਹੋ ਜਾਏਗਾ, ਤੈਨੂੰ ਇੱਕ ਅਵਸਥਾ ਪ੍ਰਾਪਤ ਹੋ ਜਾਣੀ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼। ਜਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਉਸ ਥਾਂ ਦੇ ਉੱਤੇ ਨੀਂਦ ਜਿਹੜੀ ਹੈ ਉਹ ਸਰੀਰ ਨੂੰ ਤਾਂ ਆਉਂਦੀ ਹੈ। ਸਰੀਰ ਨੂੰ ਚਾਹੇ 6 ਘੰਟੇ ਨਾ ਉਠਾਉਣ, 8 ਘੰਟੇ ਨਾ ਉਠਾਉਣ, ਲੇਕਿਨ ਸੁਰਤ ਇੰਨੀ ਡਿਵੈਲਪ ਹੋ ਜਾਂਦੀ ਹੈ, ਉਹ ਨੀਂਦ ਵਿੱਚ ਨਹੀਂ ਜਾਂਦੀ। ਐਨਿਸ ਜਾਗਾ, ਨੀਂਦ ਨਾ ਸੋਵੇ। ਇਹ ਅਵਸਥਾਵਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀਆਂ ਨੇ, ਜਿਨ੍ਹਾਂ ਤੋਂ ਅਸੀਂ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦੇ। ਗੱਲਾਂ ਦੇ ਅਸੀਂ ਗਿਆਨੀ ਪੂਰੇ ਹਾਂ, ਵਾਹਵਾ ਵਾਹਵਾ ਹੁੰਦੀ ਹੈ, ਲਿਖਾਰੀ ਅਸੀਂ ਪੂਰੇ ਹਾਂ, ਪਰ ਜਦ ਕਸਵੱਟੀ 'ਤੇ ਲਾ ਕੇ ਤੋਲਿਆ ਜਾਣਾ ਵੀ ਤੈਨੂੰ ਸੁਪਨੇ ਆਉਂਦੇ ਨੇ, ਰਾਤ ਨੂੰ ਬੇਸੁਰਤ ਹੋ ਜਾਂਦਾ, ਪਰਮੇਸ਼ਰ ਨੂੰ ਭੁੱਲ ਜਾਣਾ, ਡਰਦਾ ਸੁਪਨਿਆਂ 'ਚ। ਫਿਰ ਉਸ ਵੇਲੇ ਪਤਾ ਲੱਗ ਜਾਂਦਾ ਵੀ ਇਹ ਤਾਂ ਮੈਂ ਤਾਂ ਅਜੇ ਕਿਤੇ ਵੀ ਨਹੀਂ ਪਹੁੰਚਿਆ। ਸੋ ਇਹ ਚੀਜ਼ਾਂ ਨੇ ਜਿਨ੍ਹਾਂ ਦੀ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ। ਮਹਾਂਪੁਰਸ਼ਾਂ ਨੂੰ ਪੁੱਛਣਾ ਚਾਹੀਦਾ ਵੀ ਮੈਂ ਕਿਵੇਂ ਕਰਾਂ ਵੀ ਮੈਨੂੰ ਸੁੱਤੇ ਨੂੰ ਨਾ ਭੁੱਲੇ। ਉਠਤ ਬੈਠਤ ਸੋਵਤ ਜਾਗਤੇ ਮਨ ਤੁਝੇ ਚਿਤਾਰੇ। ਅਸੀਂ ਤਾਂ ਪਹਿਲੀ ਜਮਾਤ ਦੇ ਸਟੂਡੈਂਟ ਇਕੱਠੇ ਹੋਏ ਆ ਇੱਥੇ। ਇਹ ਤਾਂ ਗੱਲਾਂ ਆਖਰੀ ਨੇ ਜਿੱਥੇ ਗੁਰੂ ਮਹਾਰਾਜ ਸਾਨੂੰ ਲਿਜਾਣਾ ਚਾਹੁੰਦਾ, ਪਰ ਇੰਡੀਕੇਸ਼ਨ ਦੇ ਤੀ ਬਈ ਜਿਹੜਾ ਹੈ ਸੁੱਤੇ ਵੀ ਮੈਨੂੰ ਤੂੰ ਨਹੀਂ ਭੁੱਲਦਾ, ਮੇਰਾ ਆਧਾਰ ਤੂੰ ਹੀ ਹੈ ਸੁੱਤੇ ਦਾ ਵੀ। ਇਹ ਮਹਾਂਪੁਰਸ਼ਾਂ 'ਤੇ ਆਮ ਵਰਤਦੀ ਹੈ ਸਾਰਿਆਂ 'ਤੇ। ਪੁੱਛ ਲਿਓ ਕਿਸੇ ਮਹਾਂਪੁਰਸ਼ ਨੂੰ ਵੀ ਸੁੱਤੇ ਪਏ ਤੁਹਾਨੂੰ ਜਾਗ ਰਹਿੰਦੀ ਹੈ ਕਿ ਸੌਂ ਜਾਂਦੇ ਹੋ। ਜਿੰਨੀ ਦੇਰ ਤੱਕ ਆਦਮੀ ਸੌਂਦਾ ਹੈ, ਸੁੱਤਾ ਪਿਆ, ਓਨਾ ਚਿਰ ਗਿਆਨ ਅਧੂਰਾ ਹੈ। ਕਿਉਂ ਅਧੂਰਾ ਹੈ ਕਿ ਸੁਪਨੇ ਦੇ ਅੰਦਰ ਕੋਈ ਸੰਸਕਾਰ ਬਣ ਗਿਆ, ਕਿਸੇ ਨਾਲ ਵੈਰ ਪੈ ਗਿਆ। ਸੁਪਨੇ 'ਚ ਵੀ ਵੈਰ ਪੈਂਦੇ ਨੇ। ਉਸ ਦੇ ਅਧੀਨ ਉਹਨੇ ਉੱਥੇ ਕਿਰਿਆ ਕੀਤੀ ਅਤੇ ਉਹ ਮਰ ਗਿਆ, ਹਰਟਫੇਲ ਹੋ ਗਿਆ। ਹੁਣ ਉਹ ਜਿਹੜਾ ਸੁਪਨੇ ਦੇ ਵਿੱਚ ਫੁਰਨਾ ਹੈ, ਉਹਨੂੰ ਜਨਮ ਮਰਨ 'ਚ ਲਿਆ ਦੇਣਾ, ਚਾਹੇ ਕਿੱਡਾ ਗਿਆਨੀ ਕਿਉਂ ਨਹੀਂ ਹੈ, ਕਿਉਂਕਿ ਉਸ ਵੇਲੇ ਅਗਿਆਨ ਦੀ ਅਵਸਥਾ 'ਚ। ਮੈਂ ਮਹਾਰਾਜ ਨੇ ਇਹ ਜਿਹੇ ਗੱਲਾਂ ਕਰਦਾ ਹੁੰਦਾ ਸੀ, ਬੜਾ ਪਸੰਦ ਕਰਦੇ ਸੀ ਵੀ ਠੀਕ ਹੈ ਇਹ ਗੱਲ ਵੀ ਸੁਪਨੇ ਦੇ ਅੰਦਰ ਵੀ ਪੂਰਨ ਗਿਆਨ ਦੇ ਵਿੱਚ ਸੁਰਤ ਹੋਣੀ ਚਾਹੀਦੀ ਹੈ। ਨਹੀਂ ਸੌਂਦਾ ਆਦਮੀ, ਮੈਡੀਕਲ ਸਾਇੰਸ ਕਹਿੰਦੀ ਹੈ ਸੌਂਦਾ, ਅਸੀਂ ਵੀ ਕਹਿੰਦੇ ਹਾਂ ਸੌਂਦਾ ਹੈ। ਸੌਂਦਾ ਕੀ ਹੈ? ਸਰੀਰ ਸੌਂਦਾ। ਲੋਅਰ ਲੈਵਲ ਦੇ ਉੱਤੇ ਜਿਹੜਾ ਮਨ ਹੈ ਉਹ ਬ੍ਰੇਨ ਸੌ ਜਾਂਦਾ, ਲੇਕਿਨ ਹਾਇਰ ਸਫੀਅਰ ਦੇ ਵਿੱਚ ਜਿਹੜੀ ਸਾਡੀ ਸੋਝੀ ਹੈ, ਸੁਰਤ ਹੈ, ਉਹ ਨਹੀਂ ਸੌਂਦੀ। ਸੁਰਤ ਜਾਗਦੀ ਰਹਿੰਦੀ ਹੈ। ਸੁਰਤ ਨੂੰ ਭੁਲੇਖਾ ਨਹੀਂ ਪੈਂਦਾ, ਭਰਮ ਨਹੀਂ ਪੈਂਦਾ, ਤੱਤ ਗਿਆਨ ਉਹਦੇ ਅੰਦਰ ਵਸ ਜਾਂਦਾ। ਸੋ ਉਹ ਆਧਾਰ ਹੋਇਆ ਕਰਦਾ ਪ੍ਰਾਣਾਂ ਦਾ, ਜਿਸ ਦੇ ਬਾਰੇ ਆਪਾਂ ਹੁਣੇ ਹੀ ਪੜ੍ਹਿਆ। ਸੁਖ ਦੁੱਖ ਇਸ ਮਨ ਕੀ ਵਿਰਥਾ, ਤੁਝ ਹੀ ਆਗੇ ਸਾਰੇ, ਤੂੰ ਮੇਰੀ ਓਟ ਬਲ ਬੁੱਧ ਧਨ ਤੁਮਈ, ਤੁਮੈ ਮੇਰੇ ਪਰਿਵਾਰੇ, ਜੋ ਤੁਮ ਕਰੋ ਸੋਈ ਭਲ ਹੋਰਾ। ਅਸੀਂ ਤਾਂ ਨਹੀਂ ਮੰਨਦੇ ਵੀ ਤੇਰਾ ਕੀਤਾ ਹੋਇਆ ਸਾਡੇ ਵਾਸਤੇ ਭਲਾ। ਹੇ ਪ੍ਰਭੂ, ਤੂੰ ਮੇਰੇ ਨਾਲ ਹੀ ਦੁਸ਼ਮਣੀ ਕਰਨੀ ਸੀ।
ਆ ਲੋਕ ਪਾਪ ਕਰਦੇ ਨੇ, ਬਲੈਕਾਂ ਕਰਦੇ ਆ, ਇਹਨਾਂ ਨੂੰ ਤੂੰ ਦਿੰਦਾ ਹੀ ਦਿੰਦਾ। ਮੈਂ ਤੇਰਾ ਨਾਮ ਜਪਦਾ, ਗੁਰਦੁਆਰੇ ਜਾਂਦਾ, ਬਾਣੀ ਪੜ੍ਹਦਾ, ਤੇ ਮੇਰਾ ਤੂੰ ਕੋਈ ਧਿਆਨ ਨਹੀਂ ਦਿੰਦਾ। ਇਹ ਅਸੀਂ ਗੁਰੂ ਪਰਮੇਸ਼ਰ ਨੂੰ ਡਿਕਟੇਸ਼ਨ ਦਿੰਦੇ ਹਾਂ ਕਿ ਮੇਰੇ ਮੁਤਾਬਕ ਤੂੰ ਚੱਲ, ਤਾਂ ਦਾ ਤੇਰਾ ਮੇਰੇ ਨਾਲ ਸੰਬੰਧ, ਨਹੀਂ ਮੈਂ ਤੇਰੀ ਕੋਈ ਪਰਵਾਹ ਨਹੀਂ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ, ਬਾਣੀ ਦਾ ਇੱਕੋ ਅੱਖਰ ਜੇ ਅਸੀਂ ਵਿਚਾਰ ਲਈਏ, ਸਾਡੀ ਸਮਝ ਵਿੱਚ ਆ ਜਾਏ। ਜਦੋਂ ਹੁਣ ਉਧਾਰ ਬਣ ਗਿਆ ਤਾਂ ਪਰਮੇਸ਼ਰ ਫਿਰ ਦੂਰ ਨਹੀਂ ਰਹਿੰਦਾ। ਗਿਆਨੀ ਦਾ ਜਿਹੜਾ ਪਰਮੇਸ਼ਰ ਹੈ, ਬੁੱਝਣ ਤੋਂ ਬਿਨਾਂ ਜਾਣਨ ਦਾ ਪਰਮੇਸ਼ਰ, ਉਹ ਕੇਵਲ ਕਹਿਣ ਮਾਤਰ ਪਰਮੇਸ਼ਰ ਹੈ। ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ, ਜਾਣੀ ਹੋਈ ਬਾਤ ਹੈ। ਸਾਡੀ ਹਾਲਤ ਉਸੇ ਤਰ੍ਹਾਂ ਦੀ ਰਹਿੰਦੀ ਹੈ, ਡਰ ਸਾਡਾ ਉਵੇਂ ਰਹਿੰਦਾ ਹੈ, ਬੈਰ ਸਾਡੇ ਅੰਦਰ ਉਹੀ ਰਹਿੰਦਾ ਹੈ, ਕਰਤਾ ਭਾਵ ਸਾਡੇ ਅੰਦਰ ਉਸੇ ਤਰ੍ਹਾਂ ਰਹਿੰਦਾ ਹੈ, ਕਿਉਂਕਿ ਅਸੀਂ ਗੱਲ ਬੁੱਝੀ ਨਹੀਂ ਹੈ। ਕੇਵਲ ਗਿਆਨ ਮੰਡਲ 'ਚ ਗੱਲ ਸਾਡੇ ਆਈ ਹੈ, ਪ੍ਰੈਕਟੀਕਲੀ ਨਹੀਂ ਅਸੀਂ ਕਹੇ। ਜਦੋਂ ਪ੍ਰੈਕਟੀਕਲੀ ਚਲਾ ਜਾਂਦਾ ਹੈ, ਆਧਾਰ ਵਾਹਿਗੁਰੂ ਦੇ ਉੱਤੇ ਹੁੰਦਾ। ਵਾਹਿਗੁਰੂ ਜਿਉਂਦੀ ਜਾਗਦੀ ਫੋਰਸ ਹੈ, ਹਰ ਵਕਤ ਤੁਹਾਡੇ ਨਾਲ, ਹਰ ਵਾਰ ਤੁਹਾਨੂੰ ਸੁਣਦੀ ਹੈ, ਹਰ ਵਾਰ ਦੇਖਦੀ ਹੈ। ਮੈਂ ਉੱਥੇ ਬੈਠਾ ਸੀ, ਸਾਖੀ ਕਰ ਰਹੇ ਸੀ ਵੀ ਉਹ ਕਬੂਤਰ ਵਾਲਾ ਮਾਰਨ ਦਾ ਯਤਨ ਕਰਦਾ ਹੈ, ਉਹਨੂੰ ਕੋਈ ਥਾਂ ਨਾ ਲੱਭੀ। ਇਹਦੇ ਵਿੱਚ ਵੀ ਇੱਕ ਕਾਫੀ ਫਰਕ ਹੈ। ਉਹ ਫਰਕ ਇਹ ਹੈ ਵੀ ਉਹਨੂੰ ਬੜੀ ਦੇਰ ਤੋਂ ਬਾਅਦ ਇਸ ਗੱਲ ਦਾ ਅਧਿਆਸ ਹੋਇਆ। ਪਹਿਲਾਂ ਉਹ ਗੰਨੇ 'ਚ ਗਿਆ, ਫਿਰ ਉਹ ਜੰਗਲ 'ਚ ਗਿਆ, ਫਿਰ ਉਹ ਟੋਏ 'ਚ ਬੈਠਿਆ, ਫਿਰ ਉਹ ਗੁਫਾ 'ਚ ਵੜਿਆ। ਉੱਥੇ ਜਾ ਕੇ ਤਾਂ ਉਹਦੇ ਅੰਦਰਲੀ ਗੱਲ ਜਾਗੀ ਵੀ ਰੱਬ ਦੇਖਦਾ ਹੁਣ। ਜੇ ਉਹਦੀ ਬਿਰਤੀ ਪਰਪੱਕ ਹੁੰਦੀ ਤਾਂ ਉੱਥੇ ਹੀ ਕਬੂਤਰ ਨੂੰ ਰੱਖ ਦਿੰਦਾ ਕਿ ਮਹਾਤਮਾ ਜੀ ਕੋਈ ਥਾਂ ਇਹੋ ਜਿਹਾ ਨਹੀਂ ਹੈ, ਜਿਵੇਂ ਜ਼ਬਾਨ ਕੇ ਵਿਖੇ ਸਮਸਤ ਹੈ ਜੋਤ ਹੈ, ਨਾ ਕਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤਾ। ਕੋਈ ਥਾਂ ਨਹੀਂ ਐਸਾ ਜਿੱਥੇ ਪਰਮੇਸ਼ਰ ਨਹੀਂ। ਉਹ ਹਰ ਵਕਤ ਸੁਣਦਾ, ਵੇਖਤ ਸੁਣਤ ਸਦਾ ਹੈ ਸੰਗੇ। ਉਹਦਾ ਨਾਲ ਰਹਿੰਦਾ, ਹਰ ਵਕਤ ਨਾਲ ਰਹਿੰਦਾ, ਮੈਨੂੰ ਦੇਖਦਾ। ਸੋ ਇਹ ਵੀ ਉਹਦੇ ਵਿਸ਼ਵਾਸ ਦੀ ਕਮੀ ਸੀ ਵੀ ਇੰਨਾ 15-20 ਮਿੰਟ ਉਹਨੇ ਜਾਇਆ ਕਿਤੇ ਇਸ ਗੱਲ ਦੇ ਉੱਤੇ, ਅੱਧਾ ਘੰਟਾ ਜਾਇਆ ਕਰਿਆ, ਫੇਰ ਸੁਰਤ ਆਈ। ਬੜੇ ਅਭਿਆਸ ਦੀ ਲੋੜ ਸੀ। ਉਸੇ ਵੇਲੇ ਹੀ ਕਹਿੰਦਾ ਵੀ ਮਹਾਰਾਜ ਨਮਸਕਾਰ ਆਪਦੇ ਚਰਨਾਂ ਦੀ, ਕੋਈ ਥਾਂ ਤੁਸੀਂ ਦੱਸੋ ਜਿੱਥੇ ਕੋਈ ਨਾ ਦੇਖਦਾ ਹੋਵੇ। ਮੈਂ ਤਾਂ ਜੋ ਤੁਹਾਡੇ ਚਰਨਾਂ ਦੇ ਵਿੱਚੋਂ ਪ੍ਰਾਪਤ ਕੀਤਾ ਉਹ ਇਹੀ ਕੀਤਾ ਵੀ ਕੋਈ ਥਾਂ ਦੁਨੀਆ 'ਚ ਐਸੀ ਨਹੀਂ ਹੈ ਕਿ ਜਿੱਥੇ ਕੋਈ ਦੇਖਦਾ ਨਾ ਹੋਵੇ, ਔਰ ਕੋਈ ਵਿਥ ਨਹੀਂ ਹੈ ਮੇਰੇ ਨਾਲੋਂ ਦੇਖਣ ਵਾਲੇ। ਮੇਰੇ ਅੰਦਰ ਹੀ ਰਹਿੰਦਾ ਦੇਖਣ ਵਾਲਾ। ਉਹ ਮੇਰੀਆਂ ਅੱਖਾਂ 'ਚੋਂ ਹੋ ਕੇ ਦੇਖਦਾ। ਤੇ ਫਿਰ ਮਹਾਂਪੁਰਸ਼ੋ ਮੈਂ ਜਾਵਾਂ ਕਿੱਥੇ, ਕਿਸ ਥਾਂ ਉਹਨੂੰ ਮਾਰ ਕੇ ਲਿਆਵਾਂ। ਇਹ ਨਿਸ਼ਚੈ ਦੀ ਬਾਤ ਹੈ। ਉਹਦਾ ਨਿਸ਼ਚਾ ਡਿਵੈਲਪਡ ਸੀਗਾ, ਲੇਕਿਨ ਦੇਰ ਬਾਅਦ ਆਇਆ। ਲੇਕਿਨ ਉਹਦੀ ਥਾਂ ਦੇ ਉੱਤੇ ਜੇ ਆਤਮ ਅਭਿਆਸ ਵਾਲਾ ਕੋਈ ਹੁੰਦਾ, ਉਹਨੇ ਕਬੂਤਰ ਚੁੱਕਣਾ ਹੀ ਨਹੀਂ ਸੀ। ਉਹਨੇ ਕਹਿਣਾ ਸੀ ਮਹਾਰਾਜ ਕਿੱਥੇ ਮਾਰਾਂ, ਕੋਈ ਹੈ ਹੀ ਨਹੀਂ, ਥਾਂ ਹੀ ਨਹੀਂ ਹੈ। ਹਰ ਥਾਂ ਦੇ ਉੱਤੇ ਦੇਖਦਾ ਹੈ। ਵੇਖਤ ਸੁਣਤ ਸਦਾ ਹੈ ਸੰਗ, ਮੈਂ ਮੂਰਖ ਜਾਣਿਆ ਦੂਰੀ ਦੇ। ਇਹ ਨਿਸ਼ਚਾ ਸਾਨੂੰ ਆ ਨਹੀਂ ਸਕਦਾ। ਲੱਖ ਯਤਨ ਕਰੀਏ, ਜਿੰਨਾ ਜੀ ਕਰਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕ ਲਓ, ਇਸ਼ਟ ਨੂੰ ਮੱਥਾ ਟੇਕ ਲਓ, ਸੰਤਾਂ ਨੂੰ ਟੇਕੀ ਜਾਓ। ਗੁਰੂ ਕਹਿੰਦਾ ਮੇਰੀ ਬਾਤ ਮੰਨ ਲੈ। ਜੇ ਮੰਨ ਲੇਗਾ ਤੇਰੀ ਅਵਸਥਾ ਕਿੱਡੀ ਹੋ ਜਾਏਗੀ, ਕਿੱਡਾ ਉੱਚਾ ਹੋ ਜਾਏਗਾ ਪਿਆਰਿਆ। ਜੇ ਤੂੰ 4 ਪੌੜੀਆਂ ਉੱਥੇ ਆਉਂਦਾ ਨਾ, ਮੰਨਾ ਕੀ ਗਤ ਕਹੀ ਨਾ ਜਾਏ। ਸਾਨੂੰ ਤਾਂ ਨਹੀਂ ਪਤਾ ਇਸ ਗੱਲ ਦਾ ਵੀ ਕਿ ਮਹਾਰਾਜ ਨੇ ਇਸ਼ਾਰਾ ਕਿਹੜੀ ਗੱਲ ਦੇ ਵੱਲ ਕਰ ਦਿੱਤਾ। ਉਹ ਕੀ ਹੋਈ ਮੰਨਾ ਕੀ ਗਤ ਜਿਹੜੀ ਕਹੀ ਨਹੀਂ ਜਾ ਸਕਦੀ। 4 ਪੌੜੀਆਂ ਦੇ ਵਿੱਚ ਮਹਾਰਾਜ ਨੇ ਉਹਦੀ ਮਹਿਮਾ ਦੱਸੀ ਹੈ। ਉਹ ਜੇ ਮਨ ਮੰਨ ਜਾਏ, ਕਿਸ ਗੱਲ ਨੂੰ ਮੰਨ ਜਾਏ? ਮੇਰੇ ਅੰਦਰ ਮੇਰੇ ਬਾਹਰ ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਧਰਨ ਮਾਹੇ ਆਕਾਸ਼ ਪਿਆਰ, ਹਰ ਥਾਂ ਦੇ ਉੱਤੇ ਸਭ ਲੋਕ ਪੂਰਨ ਪ੍ਰਤਪਾਲ। ਬੰਧਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈਸੰਤਰ ਮਾਏ, ਬੜਾ ਔਖਾ ਹੈ ਬੈਸੰਤਰ 'ਚ ਦੇਖਣਾ। ਨਾਮਦੇਵ ਜੀ
ਬਾਹਰ ਸਮਾਧੀ ਸਥਿਤ ਨੇ। ਕਿਉਂਕਿ ਭਜਨ ਕਰਨ ਵਾਸਤੇ ਜਿੰਨਾ ਇਕਾਂਤ ਥਾਂ ਹੋਵੇਗਾ, ਇਕਾਗਰਤਾ ਹੋਏਗੀ, ਓਨਾ ਹੀ ਬਹੁਤ ਵਧੇਰੇ ਵਧੀਕ ਆਨੰਦ ਪ੍ਰਾਪਤ ਹੋਇਆ ਕਰਦਾ। ਇਹਦੇ ਵਾਸਤੇ ਗੁਰੂ ਮਹਾਰਾਜ ਇਹ ਨਹੀਂ ਕਹਿੰਦੇ ਵੀ ਤੁਸੀਂ ਘਰ-ਬਾਰ ਛੱਡੋ, ਜੰਗਲਾਂ 'ਚ ਚਲੇ ਜਾਓ। ਕਿਉਂਕਿ ਗੁਰਮਤ ਦੇ ਅਨੁਸਾਰ ਜੋ ਗ੍ਰਹਿਸਥ ਆਸ਼ਰਮ ਹੈ, ਇਹ ਸਾਰੇ ਤਿੰਨਾਂ ਆਸ਼ਰਮਾਂ ਤੋਂ ਵਿਸ਼ੇਸ਼ਤਾ ਰੱਖਦਾ, ਲੇਕਿਨ ਇਹਦੇ ਵਿੱਚ ਵਿਘਨ ਬਹੁਤ ਜ਼ਬਰਦਸਤ ਹੈ। ਜੇ ਕਿਸੇ ਸਾਧੂ ਮਹਾਂਪੁਰਸ਼ ਦੀ ਸੰਗਤ ਕਰਦਾ ਹੋਇਆ ਵਿਘਨਾਂ ਤੋਂ ਬਚ ਜਾਵੇ ਤੇ ਜੁਗਤ ਉਹਦੇ ਕੋਲ ਹੋਵੇ ਗ੍ਰਹਿਸਥ ਦੀ, ਸੋ ਗਿਰਹੀ ਜੋ ਨਿਗ੍ਰਹਿ ਕਰੇ, ਜਪ ਤਪ ਸੰਜਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸ਼ਰੀਰ, ਸੋ ਗਿਰਹੀ ਗੰਗਾ ਕਾ ਨੀਰ। ਇਹ 4 ਲਾਈਨਾਂ ਨੇ, 4 ਵਾਕ ਨੇ, ਜਿਨ੍ਹਾਂ ਦੇ ਅੰਦਰ ਗ੍ਰਸਤੀ ਦੀ ਰਹਿਤ ਦੱਸੀ ਗਈ ਹੈ। ਫਿਰ ਉਹ ਸਾਰਿਆਂ ਤੋਂ ਉੱਤਾ ਹੈ, ਗੰਗਾ ਦੇ ਨੀਰ ਵਰਗਾ ਜੇ ਹੋ ਗਿਆ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਗ੍ਰਸਥ ਆਸ਼ਰਮ ਦੇ ਅੰਦਰ ਬੰਦਗੀ ਵੀ ਕਰੋ, ਤਰੀਕਾ ਸੋਚੋ, ਟਾਈਮ ਕੱਢੋ, ਭਜਨ ਦੀ ਹਰ ਵਕਤ ਰੁਚੀ ਰੱਖੋ ਅੰਦਰ ਵੀ ਮੈਂ ਨਾਮ ਜਪਣਾ ਹੈ। ਨਾਮ ਜਪ ਨਹੀਂ ਹੋਇਆ, ਆਇਆ ਤਾਂ ਮੈਂ ਨਾਮ ਜਪਣ ਵਾਸਤੇ ਸੀ, ਇੱਥੇ ਆ ਕੇ ਮੈਂ ਬੰਦਗੀ ਕਰਨੀ ਸੀ, ਫਿਰ ਤੂੰ ਆਇਆ, ਦੁਰਲਭ ਦੇ ਕਲਯੁਗ ਮੈਂ ਪਾਇਆ, ਫਿਰ ਆਵਣ ਜਾਨ ਨਾ ਹੋਈ, ਏਕਾ ਏਕ ਜਪੋ ਜਪ ਸੋਈ। ਇੱਥੇ ਬਾਰ-ਬਾਰ ਤਾਂ ਆਉਣਾ ਨਹੀਂ ਹੈ, ਹੁਣੇ ਜਿਹੜਾ ਕੁਛ ਕਰਨਾ ਹੈ ਕਰ ਲਈਏ, ਤੇ ਬਾਰ-ਬਾਰ ਇਹ ਦੇਹੀ ਪ੍ਰਾਪਤ ਨਹੀਂ ਹੋਣੀ। ਫਿਰ ਅਵਸਰ ਚੜੇ ਨਾ ਹੱਥ, ਨਾਮ ਜਪੋ ਤਾਂ ਕਟਿਆ ਫਾਸਾ, ਫਿਰ ਆਵਣ ਜਾਣ ਨਾ ਹੋਈ, ਏਕਾ ਏਕ ਜਪੋ ਜਪ ਸੋਈ। ਮਨ 'ਚ ਲਗਨ ਵਿਆਪਤੀ ਹੈ ਸਤਸੰਗ ਕਰਨ ਤੋਂ ਬਾਅਦ ਵੀ ਮੈਂ ਤਾਂ ਜਿਹੜਾ ਕੰਮ ਕਰਨ ਆਇਆ ਸੀ ਉਹ ਤਾਂ ਹੋਇਆ ਹੀ ਨਹੀਂ ਅਜੇ ਤੱਕ। ਇਮਾਨਦਾਰੀ ਨਾਲ ਜਦ ਬੰਦਾ ਸੋਚਦਾ, ਜੇ ਮੂੜਮਤੀ ਹੈ ਉਹਦੇ ਤਾਂ ਸੋਚ ਹੁੰਦੀ ਉਹ ਨਹੀਂ ਹੈ। ਪਸ਼ੂ ਦੇ ਵਿੱਚ ਜੋ ਸੋਚ ਨਹੀਂ ਹੁੰਦੀ, ਮਹਾਰਾਜ ਕਹਿੰਦੇ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ ਟੋਰ। ਜੇ ਬੁੱਝਿਆ ਹੀ ਨਹੀਂ ਹੈ ਕਹਿੰਦੇ ਪਸ਼ੂ ਹੈ ਮਨੁੱਖ। ਜਿਹੜਾ ਬੁੱਝਦਾ ਹੈ, ਜਿਹੜਾ ਗੱਲ ਜਾਣਨ ਦਾ ਯਤਨ ਕਰਦਾ ਹੈ, ਉਹਦੇ ਅੰਦਰ ਫਿਕਰ ਹੁੰਦਾ ਬਈ ਬੜਾ ਮੁਸ਼ਕਲ ਹੈ, ਦੇਹੀ ਹੈ ਮਿਲੀ ਹੈ ਤੇ ਬਣਾਇਆ ਕੁਛ ਨਹੀਂ ਅਜੇ। ਗਿਆਨੀ ਵੀ ਮੈਂ ਬਣ ਗਿਆ, ਪ੍ਰਚਾਰਕ ਵੀ ਬਣ ਗਿਆ, ਕੀਰਤਨੀਆ ਵੀ ਬਣ ਗਿਆ, ਪਰ ਉਹ ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਤਾਂ ਮੈਨੂੰ ਇੱਕ ਵੀ ਨਹੀਂ ਲੱਭੀ ਹਾਲ ਤੱਕ ਵੀ ਕੀ ਕਰਿਆ ਜਾਵੇ। ਯਾ ਜਗ ਮੈਂ ਏਕੇ ਕੋ ਆਇਆ, ਜਨਮਤ ਮੋਹਿਓ ਮੋਹ ਨਹੀਂ ਮਾਇਆ। ਇਹ ਤਾਂ ਇੱਥੇ ਆਉਂਦਾ ਹੀ ਮੈਂ ਮੋਹ ਲਿਆ। ਗਰਭ ਕੁੰਡ ਮੈਂ ਉਰਦ ਤਪ ਕਰਤੇ, ਸਾਥ ਸਾਥ ਸਿਮਰਤ ਹਰ ਰਹਿਤੇ, ਉਰਜ ਪਰ ਹੈ ਜੋ ਛੋਟ ਜਨਾਨਾ, ਦੇਵਨਹਾਰ ਮਨੋ ਵਿਸਰਾਨਾ। ਮੈਂ ਤਾਂ ਭੁੱਲ ਗਿਆ ਵਾਹਿਗੁਰੂ ਨੂੰ, ਮੇਰੇ ਤਾਂ ਯਾਦ ਹੈ ਦੁਨੀਆ ਰਹਿ ਗਈ, ਉਹ ਗੱਲ ਤਾਂ ਰਹੀ ਨਾ। ਸੰਸੀਅਰਲੀ ਆਦਮੀ ਸੋਚਦਾ ਹੈ। ਫਿਰ ਕੋਈ ਕਿਨਾਰਾ ਹੱਥ ਆਇਆ ਕਰਦਾ ਹੈ, ਕਿਉਂਕਿ ਅੰਦਰ ਵੈਰਾਗ ਪੈਦਾ ਹੁੰਦਾ ਹੈ ਇਹ ਵਿਵੇਕ ਬਿਰਤੀ ਨਾਲ। ਵੈਰਾਗ ਤੋਂ ਬਗੈਰ ਮਾਇਆ ਦਾ ਨਹੀਂ ਹੁੰਦਾ, ਮਾਇਆ 'ਚ ਗ੍ਰਸਤ ਰਹਿੰਦਾ, ਪਕੜ ਹੀ ਰੱਖਦੀ ਹੈ ਮਾਇਆ। ਸੋ ਇਸ ਤਰ੍ਹਾਂ ਦੇ ਨਾਲ ਜਿਨ੍ਹਾਂ ਨੇ ਬੁੱਝਿਆ, ਜਿਨ੍ਹਾਂ ਨੇ ਜਾਣਿਆ, ਮੈਂ ਬੇਨਤੀ ਕਰਦਾ, ਨੌਵੇਂ ਗੁਰੂ ਨੌਵੇਂ ਪਾਤਸ਼ਾਹ ਦੀ ਚਰਨ ਛੰਨ ਇੱਕ ਗੁਰਸਿੱਖ ਆਉਂਦੇ ਨੇ ਜਿਨ੍ਹਾਂ ਦਾ ਨਾਮ ਭਾਈ ਕਨ੍ਹਈਆ। ਪਿਛਲੇ ਜਨਮ ਦੇ ਤਪਾਂ ਦਾ ਬਹੁਤ ਵੱਡਾ ਫਲ ਹੈ। ਕੇਵਲ ਉਹਦੀ ਜਿਸ ਤਰ੍ਹਾਂ ਦੇ ਨਾਲ ਬੱਤੀ ਵੀ ਤਿਆਰ ਹੋਵੇ, ਠੂਠੀ ਵੀ ਤਿਆਰ ਹੋਵੇ, ਤੇਲ ਵੀ ਪਾਇਆ ਹੋਵੇ, ਕੇਵਲ ਜਗਦੇ ਦੀਵੇ ਦੇ ਨਾਲ ਲੱਗਣ ਦੀ ਲੋੜ ਹੈ, ਉਸੇ ਵੇਲੇ ਉਹਦੇ ਵਿੱਚ ਜੋਤ ਪ੍ਰਕਾਸ਼ ਹੋ ਜਾਏਗੀ। ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਛਾਣ ਲਿਆ ਵੀ ਇਹ ਰੂਹ ਪੂਰੀ ਹੋਣ ਵਾਲੀ ਹੈ, ਪ੍ਰਵਾਨ ਹੋਣ ਵਾਲੀ, ਆਖਰੀ ਲਾਈਨ 'ਤੇ ਖੜੀ ਹੈ। ਅਤੇ ਹੌਲੀ ਦੇ ਕੇ ਹੱਥ ਦਾ ਸਹਾਰਾ ਦੇ ਕੇ ਇਹਨੂੰ ਲਾਈਨ ਪਾਰ ਕਰਾ ਦਈਏ, ਕਿਉਂਕਿ ਉਹ ਲਾਈਨ ਪਾਰ ਕਰਨੀ ਹੱਥ ਤੋਂ ਔਖੀ ਹੈ, ਸਾਹ ਹੈ ਨਹੀਂ। ਕੋਈ ਸੂਰਮਾ ਹੀ ਹੈ ਜਿਹੜਾ ਇੱਕ ਲਾਈਨ ਪਾਰ ਕਰਕੇ ਨਹੀਂ ਹੁੰਦੀ ਨਹੀਂ ਹੈ, ਸਾਰਾ ਜੀਵਨ ਵਿਅਰਥ ਕਰਕੇ ਰੋਂਦਾ ਚੋਂਦਾ ਫੇਰ ਜਾਂਦਾ। ਇਹਨੂੰ ਯੋਗ ਭ੍ਰਿਸ਼ਟ ਕਹਿੰਦੇ ਨੇ। ਦਰਗਾਹ ਦੇ ਵਿੱਚ ਜਾ ਕੇ ਵੀ ਰੋਂਦਾ ਹੈ, ਕਹਿੰਦੇ ਕੀ ਗੱਲ,
ਕਹਿੰਦਾ ਮਹਾਰਾਜ ਮੈਂ ਤਾਂ ਹੋਰ ਗੱਲਾਂ 'ਚ ਪਿਆ ਰਿਹਾ, ਮੈਂ ਤਾਂ ਉਹ ਇੱਕ ਲਾਈਨ ਲੰਘ ਨਹੀਂ ਸਕਿਆ। ਕਹਿੰਦੇ ਜਾ ਤੈਨੂੰ ਫੇਰ ਚਾਂਸ ਦਿੰਦੇ ਹਾਂ। ਫੇਰ ਤਤਵੇ ਤੇ ਮਹਾਂਪੁਰਸ਼ ਦਾ ਮਿਲਾਪ ਹੁੰਦਾ ਹੈ, ਫੇਰ ਜਾ ਕੇ ਕਿਤੇ ਲੰਘ ਜਾਵੇ ਤਾਂ ਲੰਘ ਜਾਵੇ, ਪਤਾ ਨਹੀਂ ਕਾਇਆ ਜਨਮ ਲੰਘਣ ਨੂੰ ਲੱਗ ਜਾਂਦੇ। ਉਸ ਵੇਲੇ ਗੁਰੂ ਮਹਾਰਾਜ ਨੇ ਦੇਖ ਲਿਆ ਕਿ ਇਹ ਰੂਹ ਜੋ ਹੈ ਇਹ ਇਸ ਵੇਲੇ ਪੂਰੀ ਤਿਆਰੀ ਦੇ ਵਿੱਚ ਹੈ, ਸਿਰਫ ਜੋਤ ਜਗਣ ਵਾਲੀ। ਉਸ ਵੇਲੇ ਉਹਨੇ ਆ ਕੇ ਚਰਨਾਂ ਤੇ ਨਮਸਕਾਰ ਕਰੀ, ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ, ਮੈਨੂੰ ਉਪਦੇਸ਼ ਦੇਵੋ, ਮੈਨੂੰ ਆਪਣਾ ਬਣਾ ਲਓ। ਵਾਹ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਨਾਂ ਦਾ ਕਨ੍ਹਈਆ ਸੀ। ਕਹਿੰਦੇ ਭਾਈ ਕਨ੍ਹਈਆ, ਸਿਰਫ ਤੇਰਾ ਇੱਕ ਕਦਮ ਬਾਕੀ ਰਹਿੰਦਾ, ਇਹ ਕਦਮ ਤੂੰ ਪੁੱਟ ਲੈ, ਤੇਰਾ ਆਉਣਾ ਜਾਣਾ ਖਤਮ ਹੈ। ਉਸ ਵੇਲੇ ਮਹਾਰਾਜ ਕਹਿਣ ਲੱਗੇ ਕਿ ਭਾਈ ਕਨ੍ਹਈਆ, ਆਹ ਸੰਸਾਰ ਹੈ ਨਾ, ਦੇਖ ਇਹ ਸੰਸਾਰ, ਇਹ ਸੰਸਾਰ ਇਸ ਕਰਕੇ ਪ੍ਰਤੀਤ ਦਿੰਦਾ ਹੈ ਕਿਉਂਕਿ ਸਾਡੇ ਅੰਦਰ ਇੱਕ ਮਨੌਤ ਹੈ ਮੈਂ ਦੀ। ਮੈਂ ਹਾਂ, ਮੇਰੇ ਦੀ, ਮੇਰੇ ਪੁੱਤਰ, ਮੇਰੀਆਂ ਧੀਆਂ, ਮੇਰੀ ਪ੍ਰੋਪਰਟੀ, ਮੇਰੀ ਕੋਠੀ, ਮੇਰੀ ਜਾਇਦਾਦ, ਮੇਰਾ ਅਹੁਦਾ, ਮੇਰਾ ਪੈਸਾ। ਆਹ ਇੱਕ ਚੀਜ਼ ਹੈ ਜਿਹਨੇ ਅਸਲੀਅਤ ਨੂੰ ਨਕਲ ਵਿੱਚ ਬਣ ਦਿੱਤਾ। ਦਰਅਸਲ ਅਸਲ ਕੀ ਹੈ ਕਿ ਇੱਥੇ ਪ੍ਰਭੂ ਤੋਂ ਬਿਨਾਂ ਨਾ ਕੋਈ ਹੋਇਆ ਹੈ। ਬਾਣੀ ਪੜ੍ਹਦਾ ਹੈ, ਕਹਿੰਦਾ ਹਾਂ ਮਹਾਰਾਜ ਜੀ। ਕਹਿੰਦੇ ਗੁਰੂ ਨਾਨਕ ਨੇ ਲੁਕੋ ਕੇ ਨਹੀਂ ਰੱਖਿਆ, ਉਹਨਾਂ ਨੇ ਕਿਹਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਦੋਂ ਅਕਾਲ ਪੁਰਖ ਦੇ ਦਰ 'ਤੇ ਗੁਰੂ ਨਾਨਕ ਪਾਤਸ਼ਾਹ ਪਹੁੰਚਦੇ ਨੇ, ਉੱਥੇ ਅੰਮ੍ਰਿਤ ਨਾਮ ਦਾ ਪਿਆਲਾ ਉਹਨਾਂ ਨੂੰ ਪ੍ਰਾਪਤ ਹੁੰਦਾ। ਉੱਥੇ ਵਾਹਿਗੁਰੂ ਜੀ ਆਪਣੇ ਸਰੂਪ ਦਾ ਕਥਨ ਕਰਦੇ ਹੈ ਕਿ ਹੇ ਨਾਨਕ, ਮੇਰੇ ਬਾਰੇ ਬੜੇ ਗਲਤ ਅਨੁਮਾਨ ਲਾਏ ਹੋਏ ਨੇ। ਕੋਈ ਮੈਨੂੰ ਕੁਛ ਕਹਿੰਦਾ ਹੈ, ਕੋਈ ਮੈਨੂੰ ਕੁਛ ਕਹਿੰਦਾ ਹੈ, ਕੋਈ ਮੈਨੂੰ ਦੇਵਤਿਆਂ ਦੇ ਵਿੱਚ ਮਿਲਾਉਂਦਾ ਹੈ, ਕੋਈ ਕਿਸੇ ਹੋਰ ਥਾਂ 'ਤੇ ਕਹਿੰਦਾ ਹੈ, ਪਰ ਮੇਰੇ ਬਾਰੇ ਕੋਈ ਜਾਣਦਾ ਨਹੀਂ ਹੈ। ਕੋਈ ਮੈਨੂੰ ਕਹਿੰਦੇ ਕਿ ਮੈਂ ਕੁਛ ਕਰਦਾ ਹੀ ਨਹੀਂ ਹਾਂ, ਮੈਂ ਸੁਣ ਮੋਨਾ ਨਹੀਂ, ਮੈਂ ਸਭ ਕੁਛ ਕਰਦਾ। ਮੈਂ ਕਰਦਾ, ਮੈਂ ਆਪੇ ਹੀ ਕਰਦਾ, ਆਪੇ ਹੀ ਮੈਂ ਇੱਕ ਤੋਂ ਅਨੇਕ ਹੋਇਆ। ਇੱਥੇ ਹੋਰ ਕੋਈ ਹੈ ਨਹੀਂ। ਲੇਕਿਨ ਜਿਹੜੀਆਂ ਫਿਲਾਸਫੀਆਂ ਚੱਲ ਪਈਆਂ ਉਹਦੇ ਵਿੱਚ ਕਦੇ ਮੈਨੂੰ ਈਸ਼ਰ ਬਣਾ ਦਿੰਦੇ ਨੇ, ਕਦੇ ਮੈਨੂੰ ਹਿਰਨ ਗਰਭ ਦੇ ਵਿੱਚ ਲੈ ਜਾਂਦੇ ਨੇ, ਕਦੇ ਮੈਨੂੰ ਜੀਵ ਬਣਾ ਦਿੰਦੇ ਨੇ। ਤੇ ਜੋ ਸਰੂਪ ਹੈ ਮੈਂ ਤੈਨੂੰ ਦੱਸਦਾ, ਇਹ ਕਿ ਓਂਕਾਰ ਸਤ। ਸਤ ਕਹਿੰਦੇ ਨੇ ਬੀਇੰਗ ਨੂੰ, ਸੱਚ ਨੂੰ ਨਹੀਂ ਕਹਿੰਦੇ। ਸੱਚ ਤਾਂ ਆਪਾਂ ਬੋਲਦੇ ਹਾਂ, ਝੂਠ ਬੋਲਦੇ ਹਾਂ, ਝੂਠ ਹੈ ਤਾਂ ਸੱਚ ਹੈ, ਸੱਤ ਨਹੀਂ। ਅਸੱਤ ਹੋਵੇ ਤਾਂ ਸੱਤ ਹੁੰਦਾ, ਸੱਤ ਹੈ ਨਹੀਂ ਇੱਥੇ ਕੁਛ ਵੀ। ਨਾਮ ਹੈ ਸ਼ਕਤੀ, ਕ੍ਰੀਏਸ਼ਨ ਵਾਲੀ ਸ਼ਕਤੀ, ਜਿਹਨੇ ਸਾਰਾ ਕੁਛ ਪੈਦਾ ਕਰਿਆ। ਇੱਕ ਵਾਵਾ ਤੇ ਸਭ ਹੋਆ, ਉਹਨੂੰ ਨਾਮ ਕਹਿੰਦੇ ਨੇ। ਕੀਤਾ ਫਸਾਓ ਏਕੋ ਗਵਾਓ, ਤਿਸਤੇ ਹੋਏ ਲਖ ਦਰਿਆ। ਨਿਰੰਕਾਰ ਅਕਾਰ ਹੋਏ ਏਕ ਅੰਕਾਰ ਅਪਾਰ ਸਦਾਇਆ। ਏਕ ਅੰਕਾਰੋਂ ਸ਼ਬਦ ਤੋਂ ਨਾ ਓਂਕਾਰ ਅਕਾਰ ਪਾਇਆ, ਉਸ ਸ਼ਬਦ ਤੋਂ ਸਾਰੇ ਅਕਾਰ ਬਣੇ। ਉਹ ਮੈਂ ਆਪ ਹੀ ਹਾਂ, ਇੱਥੇ ਦੂਆ ਨਹੀਂ, ਕੋਈ ਪ੍ਰਕਿਰਤੀ ਨਹੀਂ ਆਈ। ਪ੍ਰਕਿਰਤੀ ਮੈਂ ਬਣਾਈ ਹੈ, ਤੁਹਾਨੂੰ ਦਿਸਦੀ ਹੈ ਕੇਵਲ ਇਸ ਕਰਕੇ ਕਿ ਤੁਸੀਂ ਦੋ ਦੇਖਦੇ ਹੋ, ਇੱਕ ਨਹੀਂ ਦੇਖਦੇ। ਮੇਰੇ ਤੋਂ ਬਗੈਰ ਸੰਸਾਰ ਦੇ ਅੰਦਰ ਕੋਈ ਨਹੀਂ, ਨਾ ਤੂੰ ਹੈ ਨਾ ਕੋਈ ਹੋਰ ਹੈ। ਸੋ ਮੇਰਾ ਜੋ ਸਰੂਪ ਹੈ ਉਹ ਕਰਤਾ ਹੈ। ਕੋਈ ਥਾਂ ਐਸੀ ਨਹੀਂ ਜਿੱਥੇ ਮੈਂ ਨਹੀਂ ਹਾਂ। ਮੈਂ ਪੁਰਖ ਹਾਂ, ਹਰ ਥਾਂ ਸਮਾਇਆ ਹੋਇਆ, ਨਿਰਭਉ। ਮੈਨੂੰ ਡਰ ਕਿਸੇ ਦਾ ਨਹੀਂ ਹੈ, ਮੇਰਾ ਵੈਰ ਕਿਸੇ ਨਾਲ ਨਹੀਂ ਹੈ, ਕਾਲ ਦਾ ਮੇਰੇ ਉੱਤੇ ਪ੍ਰਭਾਵ ਇਹ ਕੋਈ ਨਹੀਂ ਹੈ। ਫਿਰ ਮੈਂ ਹਸਤੀਆਂ ਨੇਸ਼ਤੀ ਨਹੀਂ ਹਾਂ। ਜੋ ਗਿਆਨ ਹੈ ਮੈਂ ਗਿਆਨ ਸਰੂਪ ਹਾਂ। ਤੇ ਲੇਕਿਨ ਗੁਰੂ ਦੀ ਕਿਰਪਾ ਤੇ ਬਗੈਰ ਮੈਂ ਨਹੀਂ ਮਿਲਦਾ ਕਿਸੇ ਨੂੰ। ਭਾਵੇਂ ਮੈਂ ਜੀਵ ਦੀ ਉਪਾਧੀ ਆਪੇ ਧਾਰਨ ਕਰੀ ਹੋਈ ਹੈ। ਤੇ ਤੂੰ ਇਸ ਬਾਤ ਨੂੰ ਸੁਣ ਕੇ ਆਪਣੀ ਮੋਹਰ ਲਾ। ਉਸ ਵੇਲੇ ਪੂਰਨ ਕੀਤਾ ਇਸ ਗੁਰਮੰਤਰ ਨੂੰ। ਮਹਾਰਾਜ ਨੇ ਕਿਹਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਹੇ ਨਾਨਕ, ਤੂੰ ਮੇਰੇ ਨਾਮ ਦਾ ਪਿਆਲਾ ਪੀਤਾ। ਇਹ ਜੋ ਅਨੁਭਵ ਹੈ ਇਹ ਨਾਮ ਦਾ ਪਿਆਲਾ ਹੈ। ਜਾਂ ਸੰਸਾਰ ਦੇ ਅੰਦਰ ਤੂੰ
ਲੋਕਾਂ ਦਾ ਗਿਆਨ ਦਾ ਨਾਸ਼ ਕਰਕੇ ਸੱਤ ਦਾ ਪ੍ਰਕਾਸ਼ ਕਰ। ਸੋ ਕਹਿਣ ਲੱਗੇ ਭਾਈ ਕਨ੍ਹਈਆ ਪੜ੍ਹਦੇ ਹੋ ਨਾ? ਕਹਿੰਦੇ ਹਾਂ ਮਹਾਰਾਜ ਜੀ, ਲੇਕਿਨ ਸੋਝੀ ਅੱਜ ਆਈ ਹੈ, ਅੱਜ ਤੋਂ ਪਹਿਲਾਂ ਸੋਝੀ ਨਹੀਂ ਸੀ।